इन्हें मैनू ते मेरे पुत्र दिवांश नू दुध च जहर पा के मारन दी साजिश रची सी। ਉਹਦੀ ਸ਼ਕਲ ਵੇਖ ਕੇ ਤਾਂ ਲੱਗਦਾ ਉਹਨੇ ਕਦੇ ਕੀੜੀ ਵੀ ਨਹੀਂ ਮਾਰੀ ਹੋਣੀ। ਤੁਸੀਂ ਤਾਂ ਬੰਦਾ ਮਾਰਨ ਦੀ ਗੱਲ ਕਰਦੇ ਹੋ ਇੰਸਪੈਕਟਰ ਸਾਹਿਬ, ਹੁਣ ਬੰਦੇ ਦੇ ਮੂੰਹ ਤੇ ਥੋੜਾ ਲਿਖਿਆ ਹੁੰਦਾ ਕਿ ਉਹ ਗੁਨੇਗਾਰ ਹੈ। ਮੂੰਹ ਤੇ ਤਾਂ ਤੁਹਾਡੇ ਵੀ ਕੁਝ ਨਹੀਂ ਲਿਖਿਆ। ਇਹਦਾ ਮਤਲਬ ਤਾਂ ਇਹ ਹੋਇਆ ਨਾ ਕਿ ਗੁਨੇਗਾਰ ਤਾਂ ਤੁਸੀਂ ਵੀ ਹੋ ਸਕਦੇ ਹੋ। ਵੈਸੇ ਤੁਹਾਡੀ ਤਾਰੀਫ। इंस्पेक्टर साहब, साडे मामा जी ने। ਤੇ ਤੁਸੀਂ ਕੌਣ ਹੋ? जी मेरा नाम देवांश है। ਅੱਛਾ, ਜਿਹਦੀ ਜਾਨ ਬਚਾਉਣ ਲਈ ਰੀਟਾ ਜੀ ਨੇ ਆਪਣਾ ਸਿਰ ਉਗਲੀ 'ਚ ਦੇ ਦਿੱਤਾ ਹੈ। ਤੁਹਾਡੇ ਹੱਥ 'ਚ ਕੀ ਹੈ? ਇਹ ਸ਼ੀਸ਼ੀ ਤੁਹਾਨੂੰ ਕਿੱਥੋਂ ਮਿਲੀ? ਤੁਹਾਡੀ ਤਾਂ ਨਹੀਂ? नहीं नहीं इंस्पेक्टर साहब, ये मेरी नहीं है, पर मैनू ना ये आउट हाउस चो मेरे ही कमरे चो मिली है। ते मैं थानू एक गल पूरे यकीन ना कह सकती हां कि देवांश जी नू जेड़ा जहर देने की कोशिश की गई सी ना, वो इसे जहर दी शीशी विचों की गई सी। ਸਿੰਘ ਬੰਦਾ ਸਹੀ ਕਹਿ ਰਿਹਾ। ਤੁਸੀਂ ਸ਼ਕਲ ਤੋਂ ਉਹਨਾਂ ਤੇਜ਼ ਲੱਗਦੇ ਨਹੀਂ ਜਿੰਨੇ ਹੈਗੇ ਹੋ। ਜ਼ਹਿਰ ਦੀ ਸ਼ੀਸ਼ੀ ਵੀ ਤੁਹਾਡੇ ਕੋਲ, ਮਿਲੀ ਫੜੀ ਵੀ ਤੁਸੀਂ। ਮੈਂ ਕਿੱਦਾਂ ਮੰਨ ਲਾਂ ਕਿ ਤੁਸੀਂ ਜੁਰਮ ਨਹੀਂ ਕੀਤਾ? कौर जी, ले चलो मैडम नू थाने। मेरा हक खोना इन्ना आसान नहीं है नैन। देवांश जी, कुछ तो बोल के रोक लो। रुक जाओ। ये तुसी नैन नूं लेके कित्थे जा रहे हो? आखिर नैन ने कीता की है? दार जी, ਤੁਹਾਡੇ ਆਪਣੇ ਘਰ 'ਚ ਐਡਾ ਵੱਡਾ ਕਾਂਡ ਹੋ ਗਿਆ ਤਾਂ ਤੁਸੀਂ FIR ਨਹੀਂ ਕਰੇ। ਇਹ ਜ਼ਹਿਰ ਦੀ ਸ਼ੀਸ਼ੀ ਮਿਲੀ ਕਿੱਥੋਂ ਤੁਹਾਨੂੰ? ये शीशी ना मैनू मिली है आउट हाउस चो मेरे ही कमरे दे विचों। मैं जदों अपना सामान पैक कर रही सी ना, उसे टाइम मैनू मिली है। रीटा, तू ठीक ते है ना? ਜਦੋਂ ਤੱਕ ਮੇਰੀਆਂ ਅੱਖਾਂ ਦੇ ਸਾਹਮਣੇ ਇਹ ਕੁੜੀ ਰਹੇਗੀ, ਮੈਂ ਠੀਕ ਕਿਵੇਂ ਰਹਿ ਸਕਦੀ ਹਾਂ? ਇੰਸਪੈਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਇਹ ਕੁੜੀ ਮੈਨੂੰ ਦੁਬਾਰਾ ਮਾਰਨ ਦੀ ਕੋਸ਼ਿਸ਼ ਕਰੇ, ਇਹਨੂੰ ਫੜ ਕੇ ਥਾਣੇ ਲੈ ਜਾਓ ਤੇ ਇਹਨੂੰ ਕੜੀ ਤੋਂ ਕੜੀ ਸਜ਼ਾ ਦਿਵਾਓ। मम्मा रिलैक्स करो, कुछ नहीं होएगा तानू। असी सारे हैगे आ ना तुहाडे नाल। समझ नहीं आ रहा मैं की करा। रीटा नू इस वेले कुछ भी समझाना ठीक नहीं। जे मैं नैन नू रोकिया तो किते टेंशन लैके रीटा अपनी तबीयत होर ना खराब कर ले। लगदा है दार जी चाहते नहीं कि नयन इस घर तो जावे। हुण मैनू ड्रामे दा एक लैवल वधाना ही पैना है। इंस्पैक्टर साहब, लेके जाओ इस नैन नू। मैं तुहानू ये दसना चाहता सी कि नायन ही दिवांश की रक्षा कवच है। दार जी, तुसी केड़ी डूंगियां सोचा चो? शुक्र करो मैं बच गई, नहीं तो अज इस घर विच मैं नहीं, मेरी लाश ही वापस आती।
ਤੇ ਇਸ ਦੀ ਜ਼ਿੰਮੇਵਾਰ ਵੀ ਇਹ ਨਿਆ ਨਹੀਂ ਹੁੰਦੀ। ਤੁਸੀਂ ਦੇਖ ਨਹੀਂ ਰਹੇ ਕਿ ਜ਼ਹਿਰ ਦੀ ਸ਼ੀਸ਼ੀ ਇਹਦੇ ਕਮਰੇ ਚੋਂ ਮਿਲੀ ਹੈ। ਜੇ ਇਹ ਗੁਨੇਗਾਰ ਹੈ ਤਾਂ ਸਬੂਤ ਵੀ ਤਾਂ ਇਹਨੇ ਆਪਣੇ ਕਮਰੇ 'ਚ ਹੀ ਲੁਕੋ ਕੇ ਰੱਖੇ ਹੋਣਗੇ ਨਾ। ਇਹ ਇੱਥੇ ਐਵੇਂ ਹੀ ਨਹੀਂ ਆਈ, ਇਹ ਦਿਵਾਂਸ਼ ਤੋਂ ਬਦਲਾ ਲੈਣ ਵਾਸਤੇ ਆਈ ਹੈ। ਕਿਉਂਕਿ ਵਿਆਹ ਤੋਂ ਬਾਅਦ ਦਿਵਾਂਸ਼ ਨੇ ਇਹਦੇ ਲੱਛਣ ਵੇਖ ਕੇ ਇਹਨੂੰ ਸਵੀਕਾਰਿਆ ਨਹੀਂ ਸੀ ਨਾ, ਤੇ ਇਹਨੇ ਸੋਚਿਆ ਹੋਣਾ ਕਿਉਂ ਨਾ ਦਿਵਾਂਸ਼ ਨੂੰ ਜ਼ਹਿਰ ਦੇ ਕੇ ਸਾਰਾ ਇਲਜ਼ਾਮ ਮੇਰੇ ਤੇ ਲਾ ਦਵੇ ਤੇ ਦਿਵਾਂਸ਼ ਦੇ ਮਰਨ ਤੋਂ ਬਾਅਦ ਮੈਂ ਜਾਵਾਂ ਜੇਲ੍ਹ ਤੇ ਇਸ ਘਰ 'ਚ ਬੈਠ ਕੇ ਕਰੇ ਰਾਜ। रीटा तू ये भी ना भूल कि सहदेव की जान भी नैन ने बचाई सी। ਤੁਹਾਨੂੰ ਤਾਂ ਇਹ ਉਸ ਤਰ੍ਹਾਂ ਹੀ ਨਜ਼ਰ ਆਏਗੀ ਨਾ ਜਿਵੇਂ ਤੁਸੀਂ ਵੇਖਣਾ ਚਾਹੁੰਦੇ ਹੋ। तू गुस्से च आके नैन ते अग उगल रही है। नाले उदे ते इल्जाम लाने तो पहले ये तो सोच कि जे तू आज जिंदा है ना तो वो नैन वालों की गई पूजा करके जिंदा है। शुक्रगुजार तो की होना है, तू तो उल्टा उन्हें गुनहगार बनाता। ਡੈਡ ਤੁਹਾਨੂੰ ਭਾਵੇਂ ਮੰਮਾ ਦੀਆਂ ਗੱਲਾਂ ਬੇਮਤਲਬ ਲੱਗ ਰਹੀਆਂ ਹੋਣ, ਪਰ ਮੈਨੂੰ ਉਹਨਾਂ ਦੀਆਂ ਗੱਲਾਂ ਬਿਲਕੁਲ ਸਹੀ ਲੱਗ ਰਹੀਆਂ ਨੇ। ਕਿੰਨੀ ਅਜੀਬ ਗੱਲ ਹੈ ਕਿ ਮੈਂ ਇੰਨਾ ਕੁਝ ਕਰਨ ਤੋਂ ਬਾਅਦ ਵੀ ਮੈਂ ਦਿਵਾਂਸ਼ ਜੀ ਦਾ ਥੋੜਾ ਵੀ ਵਿਸ਼ਵਾਸ ਨਹੀਂ ਜਿੱਤ ਸਕੀ। ਤੁਸੀਂ ਸਾਰੇ ਵੀ ਤਾੜੀਆਂ ਮਾਰੋ ਕਿਉਂਕਿ ਇਸ ਕੁੜੀ ਦਾ ਪਲਾਨ ਕਾਬਿਲੇ ਤਾਰੀਫ ਹੈ। ਵਾਹ ਨੈਣ, ਤੂੰ ਬੜੀ ਤੇਜ਼ ਤੇ ਬੜੀ ਸ਼ਾਤਿਰ ਦਿਮਾਗ ਵਾਲੀ ਹੈ। ਪਹਿਲਾਂ ਤੂੰ ਦਿਵਾਂਸ਼ ਦੇ ਦੁੱਧ ਵਾਲੇ ਗਲਾਸ 'ਚ ਜ਼ਹਿਰ ਪਾਈ ਤੇ ਫਿਰ ਉਸ ਨੂੰ ਬਚਾਉਣ ਦਾ ਡਰਾਮਾ ਕਰਕੇ ਮੈਨੂੰ ਮਜਬੂਰ ਕੀਤਾ ਉਹ ਦੁੱਧ ਪੀਣ ਲਈ ਤੇ ਫਿਰ ਆਪਣੇ ਪੂਜਾ ਵਾਲੇ ਫੁੱਲ ਲੈ ਕੇ ਪਹੁੰਚ ਗਈ ਹਸਪੀਟਲ ਮੇਰੀ ਜਾਨ ਬਚਾਉਣ ਵਾਸਤੇ। ਤੇ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣ ਲਓ। ਜੇ ਮੈਂ ਅੱਜ ਜਿੰਦਾ ਤਾਂ ਸਿਰਫ ਡਾਕਟਰਾਂ ਦੀ ਮਿਹਨਤ ਕਰਕੇ ਤਾਂ ਦਿਵਾਂਸ਼ ਦੀ ਕੇਅਰ ਕਰਕੇ, ਨਾ ਕਿ ਤੁਹਾਡੀ ਇਸ ਨੈਣ ਦੇ ਲਿਆਂਦੇ ਫੁੱਲ ਪੱਤੀਆਂ ਕਰਕੇ। ਮੇਰੀ ਰੂਹ ਨੂੰ ਵੀ ਪਤਾ ਹੈ ਕਿ ਮੈਂ ਆਪਣੇ ਪੁੱਤਰ ਬਗੈਰ 1 ਮਿੰਟ ਵੀ ਨਹੀਂ ਰਹਿ ਸਕਦੀ। ਮੇਰੀ ਰੱਬ ਅੱਗੇ ਅਰਦਾਸ ਹੈ ਕਿ ਮੇਰੀ ਉਮਰ ਵੀ ਮੇਰੇ ਪੁੱਤਰ ਨੂੰ ਲੱਗ ਜਾਵੇ। ਅੱਤ ਕਰਾ ਦਿੱਤੀ ਦੀਦੀ ਜੀ, ਦਿਲ ਨੂੰ ਛੂ ਜਾਣ ਵਾਲੀ ਪਰਫਾਰਮੈਂਸ ਦਿੱਤੀ ਜੇ। ਮੰਮਾ ਮੈਂ ਤੁਹਾਡੇ ਬਗੈਰ ਨਹੀਂ, ਤੁਹਾਡੇ ਨਾਲ ਜੀਣਾ ਚਾਹਨਾ। ਨੈਣ, ਤੇਰੇ ਲੋਂਬੜੀ ਵਰਗੇ ਦਿਮਾਗ ਦੀ ਮੈਂ ਮੁਰੀਦ ਹੋ ਗਈ। ਮੈਂ ਤੈਨੂੰ ਦੰਡਵਤ ਪ੍ਰਣਾਮ ਕਰਦੀ ਹਾਂ। ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ, ਮੇਰੇ ਦਿਵਾਂਸ਼ ਦੀ ਜਾਨ ਬਖਸ਼ ਦੇ। ਮੰਮਾ ਇਹ ਤੁਸੀਂ ਕੀ ਕਰ ਰਹੇ ਹੋ? ਉੱਠੋ ਇੱਥੋਂ, ਇਹ ਕੀ ਕਰ ਰਹੇ ਹੋ ਤੁਸੀਂ? ਤੁਹਾਨੂੰ ਇਦਾਂ ਦੇ ਘਟੀਆ ਲੋਕਾਂ ਸਾਹਮਣੇ ਝੁਕਣ ਦੀ ਕੋਈ ਲੋੜ ਨਹੀਂ ਹੈ। ਮੰਮਾ ਕੀ ਹੋ ਗਿਆ? ਮੰਮੀ ਜੀ ਉੱਠੋ। ਮੰਮਾ ਦੀਦੀ ਕੀ ਹੋ ਗਿਆ? ਦੀਦੀ ਜੀ ਉੱਠੋ, ਦੀਦੀ ਦੀਦੀ ਜੀ ਉੱਠੋ, ਦੀਦੀ। हे माता रानी, हड्डी जी कुछ ना होने देना। मम्मा को सब कुछ तेरे करके हो रहे हैं। मम्मा का पहला जख्म दो फिर मरम पट्टी करन लिया जाओ। जब भी इस घर चाहिए आही कर रही है तू। खबरदार जे मेरी मां देखो नजर भी आई था।
ਮੰਮੀ ਜੀ ਮੰਮਾ ਠੀਕ ਹੋ? ਮੰਮਾ ਤੁਸੀਂ ਠੀਕ ਤਾਂ ਹੋ ਨਾ? ਹਾਂ ਪੁੱਤਰ, ਤੇਰੇ ਹੁੰਦੇ ਮੈਨੂੰ ਕੁਝ ਹੋ ਸਕਦਾ ਹੈ? ਨਕੁਲ ਤੁਸੀਂ ਪਾਣੀ ਪੀਓ ਪਹਿਲਾਂ। ਤੁਸੀਂ ਆ ਫालतू ਦੀ ਟੈਨਸ਼ਨ ਲੈਣੀ ਛੱਡ। ਮਸਾ ਮਸਾ ਤਾਂ ਠੀਕ ਹੋ ਗਏ, ਤੁਸੀਂ ਘਰ ਆਏ ਹੋ। ਰੀਟਾ ਉਹ ਕੁੱਤੇ ਦੀ ਪੂੰਛ ਹੈ ਜਿਹੜੀ ਕਦੇ ਸਿੱਧੀ ਨਹੀਂ ਹੋ ਸਕਦੀ। ਮਿੰਟਾਂ 'ਚ ਪੂਰਾ ਟੱਬਰ ਮਗਰ ਲਾ ਲਿਆ ਇਸ ਡਰਾਮੇਬਾਜ਼ ਨੇ। ਮੰਮੀ ਜੀ, ਜੇ ਤੁਸੀਂ ਆਰਾਮ ਕਰਨਾ ਤਾਂ ਮੈਂ ਤੁਹਾਨੂੰ ਤੁਹਾਡੇ ਕਮਰੇ 'ਚ ਲੈ ਜਾਵਾਂ। ਜੇ ਤੁਹਾਡੇ ਕੋਲ ਨਹੀਂ ਉੱਠਿਆ ਜਾਂਦਾ ਤਾਂ ਕੋਈ ਗੱਲ ਨਹੀਂ, ਤੁਸੀਂ ਇੱਥੇ ਬੈਠ ਕੇ ਆਰਾਮ ਕਰ ਲਓ। ਇੱਕ ਗੱਲ ਦੱਸ, ਤੂੰ ਇੰਨੇ ਯਕੀਨ ਨਾਲ ਕਿੱਦਾਂ ਕਹਿ ਸਕਦੀ ਹੈ ਕਿ ਇਹ ਉਹੀ ਜ਼ਹਿਰ ਦੀ ਬੋਤਲ ਹੈ ਜਿਹਦੇ ਨਾਲ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ? ਦਿਵਾਂਸ਼ ਜੀ ਨੂੰ ਹੁਣ ਇਸ ਗੱਲ ਦਾ ਮੈਂ ਕੀ ਜਵਾਬ ਦਵਾਂ? ਉਹਨਾਂ ਨੂੰ ਤਾਂ ਮੈਂ ਚਾਹ ਕੇ ਵੀ ਨਹੀਂ ਦੱਸ ਸਕਦੀ ਕਿ ਮੈਂ ਇਹ ਸ਼ੀਸ਼ੀ ਆਪਣੇ ਦ੍ਰਿਸ਼ ਵਿੱਚ ਵੇਖੀ ਸੀ। ਮੈਨੂੰ ਨਾ ਇਸ ਸਬੂਤ ਤੱਕ ਮੇਰੀ ਮਾਤਾ ਨੈਣਾ ਦੇवी जी ने पहुंचाया। ਹੈ ਹੁਣ ਇਹ ਕੀ ਨਵਾਂ ਚੱਕਰ ਹੈ? I can't believe this. ਹੈ ਸਹੀ ਕੰਮ ਫੜਿਆ ਹੋਇਆ ਤੂੰ। ਪਹਿਲੇ ਗੁਨਾਹ ਕਰੋ, ਫਿਰ ਉਹਦੇ ਤੇ ਪਰਦਾ ਪਾਉਣ ਲਈ ਰੱਬ ਦਾ ਨਾਂ ਲੈ ਕੇ ਸਾਈਡ ਹੋ ਜਾਓ। ਪਰ ਇੱਕ ਗੱਲ ਯਾਦ ਰੱਖੀ ਨੈਣ, ਇਹ ਗੱਲਾਂ ਕਰਕੇ ਨਾ ਤੂੰ ਸਾਨੂੰ ਗੁੰਮਰਾਹ ਕਰ ਸਕਦੀ ਹੈ, ਪਰ ਕਾਨੂੰਨ ਨੂੰ ਨਹੀਂ। I mean seriously, ਤੈਨੂੰ ਪਤਾ ਵੀ ਹੈ ਤੂੰ ਕੀ ਬੋਲ ਰਹੀ ਹੈ? ਰੀਟਾ ਦੇ ਅੱਗੇ ਤਾਂ ਵੱਡੇ ਵੱਡੇ ਨਹੀਂ ਟਿਕ ਸਕੇ, ਫਿਰ ਤੂੰ ਕਿਸ ਖੇਤ ਦੀ ਮੂਲੀ ਹੈ ਨੇ? ਦਿਵਾਂਸ਼ ਜੀ, ਮੈਨੂੰ ਪਤਾ ਹੈ ਤੁਹਾਨੂੰ ਕਿਸੇ ਨੂੰ ਵੀ ਨਾ ਮੇਰੀ ਗੱਲ ਦੀ ਯਕੀਨ ਨਹੀਂ ਹੈ, ਪਰ ਮੈਂ ਸੱਚ ਕਹਿ ਰਹੀ ਹਾਂ। ਮੇਰੀ ਮਾਤਾ ਨੈਣਾ ਦੇवी जी अपना मेर भरिया हाथ ਜਿਹਦੇ ਸਿਰ ਉੱਪਰ ਰੱਖਦੇ ਨਾ, ਉਹਦੇ ਸਾਰੇ ਕੰਮ ਬਣ ਜਾਂਦੇ ਨੇ। ਤੇ ਮੇਰੀ ਮਾਂ ਨੈਣਾ ਦੇवी ਆਪਣੇ ਭਗਤਾਂ ਦੇ ਸਿਰ ਤੇ ਹਮੇਸ਼ਾ ਮੇਰ ਭਰਿਆ ਹੱਥ ਰੱਖਦੀ ਹੈ। ਮੈਂ ਤਾਂ ਉਨकी ਸੱਚੀ ਭਗਤਨੀ ਹਾਂ। ਮੈਂ ਤਾਂ ਕੀ, ਜੇ ਤੁਸੀਂ ਵੀ ਸੱਚੇ ਦਿਲੋਂ ਮੇਰੀ ਮਾਤਾ ਰਾਣੀ ਦੀ ਸ਼ਰਨ 'ਚ ਜਾਓਗੇ ਨਾ, ਉਹਨਾਂ ਤੋਂ ਕੁਝ ਮੰਗੋਗੇ, ਉਹ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਆਪਣੇ ਆਪ ਹੀ ਪਹੁੰਚਾ ਦੇਣਗੇ। दीदी जी, ये कुड़ी तो मैनू बड़ी खतरनाक लग रही है। कदी कहती है कि मैं रब नाल गल्लां करती, कदी कहती है कि मैं दिवांश दी मरी हुई ममता दे मान नाल सुपने जांदी है। मैनू तो लगता है इस जादूगरनी ने सानू ही किसी दिन गायब कर देना। मैनू तो बड़ा डर लग रहा है, कुछ करो। ਪੌਂਪੀ, ਤੈਨੂੰ ਇਹਦੀਆਂ ਗੱਲਾਂ ਤੋਂ ਡਰਨ ਦੀ ਲੋੜ ਨਹੀਂ ਹੈ। ਇਹ ਇਹੋ ਜਿਹੀਆਂ ਗੱਲਾਂ ਕਰਕੇ ਲੋਕਾਂ ਨੂੰ ਡਰਾਉਂਦੀ ਹੈ ਤੇ ਫਿਰ ਉਹਨਾਂ ਦਾ ਫਾਇਦਾ ਚੁੱਕਦੀ ਹੈ। ਤੂੰ ਬਸ ਇਹਦੀਆਂ ਗੱਲਾਂ ਨਾਲ ਲਪੇਟੀ ਜਾਇਆ ਕਰ। ਇੰਸਪੈਕਟਰ ਸਾਹਿਬ, ਸਾਡੇ ਕੋਲ ਕੋਈ ਸਬੂਤ ਨਹੀਂ ਹੈ ਕਿ ਜ਼ਹਿਰ ਨੈਣ ਨੇ ਦਿਵਾਂਸ਼ ਦੇ ਗਲਾਸ 'ਚ ਪਾਇਆ ਸੀ, ਤੇ ਉਹਦੇ ਕਮਰੇ 'ਚੋਂ ਖਾਲੀ ਸ਼ੀਸ਼ੀ ਮਿਲਣ ਨਾਲ ਅਸੀਂ ਉਹਨੂੰ ਦੋਸ਼ੀ ਤਾਂ ਨਹੀਂ ਮੰਨ ਸਕਦੇ ਨਾ। ਇਹ ਤੁਸੀਂ ਕੀ ਕਹਿ ਰਹੇ ਹੋ? ਮੈਨੂੰ ਤਾਂ ਲੱਗਦਾ ਹੈ ਕਿ ਮੇਰੇ ਮਰਨ ਤੋਂ ਬਾਅਦ ਹੀ ਤੁਹਾਨੂੰ ਯਕੀਨ ਹੋਣਾ ਸੀ ਕਿ ਇਹ ਸਭ ਕੁਝ ਨੈਣ ਨੇ ਕੀਤਾ ਹੈ। ਇੰਸਪੈਕਟਰ ਸਰ, ਤੁਸੀਂ ਆਪ ਹੀ ਸੋਚੋ ਨਾ, ਜੇ ਮੈਂ ਦਿਵਾਂਸ਼ ਜੀ ਨੂੰ ਮਾਰਨ ਲਈ ਆਈ ਹੁੰਦੀ ਤਾਂ ਮੈਂ ਉਹਨਾਂ ਨੂੰ ਜ਼ਹਿਰ ਵਾਲਾ ਦੁੱਧ ਪੀਣ ਤੋਂ ਕਿਉਂ ਰੋਕਦੀ? ਤੁਹਾਨੂੰ ਪਤਾ ਹੈ, ਜਿੱਦਾਂ ਹੀ ਮੈਨੂੰ ਜ਼ਹਿਰ ਦੀ ਸ਼ੀਸ਼ੀ ਆਊਟ ਹਾਊਸ ਤੋਂ ਮਿਲੀ, ਮੈਂ ਫਟਾਫਟ ਉਹਨੂੰ ਲੈ ਕੇ ਇਸ ਘਰ 'ਚ ਆ ਗਈ ਤਾਂ ਕਿ ਮੈਂ ਦਿਵਾਂਸ਼ ਜੀ ਨੂੰ ਵਿਖਾ ਸਕਾਂ। ਜੇ ਮੈਂ ਗੁਨਾਹਗਾਰ ਹੁੰਦੀ ਤਾਂ ਮੈਂ ਸਬੂਤ ਤੁਹਾਡੇ ਸਾਹਮਣੇ ਰੱਖ ਕੇ ਆਪਣੇ ਹੱਥ ਕਿਉਂ ਵੱਢਦੀ? ਮੈਂ ਸਬੂਤ ਮਿਟਾ ਵੀ ਸਕਦੀ ਸੀ ਨਾ, ਮੈਂ ਸ਼ੀਸ਼ੀ ਤੋੜ ਸਕਦੀ ਸੀ, ਮੈਂ ਅੱਗ ਲਾ ਕੇ ਸਵਾਹ ਕਰ ਸਕਦੀ ਸੀ, ਇੱਥੋਂ ਤੱਕ ਮੈਂ ਕਿਸੇ ਹੋਰ ਦੇ ਕਮਰੇ 'ਚ ਵੀ ਲੁਕਾ ਸਕਦੀ ਸੀ। ਪਰ ਮੈਂ ਇੰਜ ਨਹੀਂ ਕੀਤਾ ਕਿਉਂਕਿ ਮੈਂ ਸੱਚੀ ਆ ਤੇ ਸੱਚ ਕਦੇ ਵੀ ਝੁਕਦਾ ਨਹੀਂ। ਬਸ ਇਹ ਗੱਲ ਤਾਂ ਕੁੜੀ ਬਿਲਕੁਲ ਸਹੀ ਕਹਿ ਰਹੀ ਹੈ। ਤੇਰੇ ਕਹਿਣ ਦਾ ਮਤਲਬ ਹੈ ਉਸ ਰਾਤ ਦੇਵਾਂਸ਼ ਨੂੰ ਜ਼ਹਿਰ ਕਿਸੇ ਪਰਿਵਾਰ ਵਾਲੇ ਨੇ ਦਿੱਤਾ ਸੀ?
ਮੈਂ ਫਿਰ ਰਹੀ ਹਾਂ ਨੱਕ ਗਡਾਉਣ ਨੂੰ ਤੇ ਪੌਂਪੀ ਫਿਰ ਰਿਹਾ ਮੇਰਾ ਨੱਕ ਵਢਾਉਣ ਨੂੰ। वाह नयन वाह ਉਹ ਜੀਜਾ ਜੀ ਨਕੁਲ ਕਿੱਟੀ ਸ਼ਗੁਨ ਇੱਥੋਂ ਤੱਕ ਕਿ ਦਾਰਜੀ ਨੂੰ ਵੀ ਕਟਗੜੇ 'ਚ ਖੜਾ ਕਰਨਾ ਚਾਹਨੀ ਹੈ। ਤੇਰਾ ਬਸ ਚੱਲੇ ਨਾ ਤੂੰ ਤਾਂ ਉਸ ਮੰਜੇ ਤੇ ਪਏ ਹੋਏ ਬੀਜੀ ਨੂੰ ਵੀ ਚੁੱਕ ਕੇ ਕੋਰਟ ਲੈ ਜਾਏ ਆਪਣੀ ਬੇਗੁਨਾਹੀ ਸਾਬਿਤ ਕਰਨ ਵਾਸਤੇ। पर एक गल ना भुल वो जहर दी शीशी तेरे कमरे चों मिली है ते तेरे कमरे च तेरी इजाजत तो बिना कोई वड़ भी नहीं सकता। अंकल जी गल तो तुसी बिल्कुल ठीक कर रहे हो कि मेरी इजाजत तो बिना मेरे कमरे च कोई नहीं जा सकता, पर उस दिन मेरी गैर मौजूदगी दे विच तुसी तां गए सी मेरे कमरे च। कुड़ी सच कह रही है? ये सच कह रही है बिल्कुल। पर मैं उस दिन मैं सारे घर दी तलाशी ले रहा सी ते मैं इहदे कमरे च भी चेक करन गया सी। मैनू दीदी जी दी कसम जे तुहानू किसी नू भी यकीन नहीं आंदा तां भांजे नू पुछ लो। बोल भांजिया तू ही भेजिया सी मैनू। हाँ जी इंस्पैक्टर साहब, ਅਸੀਂ ਦੋਵੇਂ ਉਸ ਵੇਲੇ ਘਰ ਦੀ ਤਲਾਸ਼ੀ ਲੈ ਰਹੇ ਸੀ। कमाल है ना, पुलिस अजे घर पहुंची भी नहीं ते घर वाले आपस च पुलिस पुलिस खेडी जाते। जे सानू बुलाया सी ते कोई काम साडे जोगा भी छड़ देना सी। तुहानू पता है सबूत नाल छेड़छाड़ करन दे जुर्म च मैं तुहानू सारिआं नू अंदर कर सकदा। तुसीं मैनू ये दसो दिवांश नाल तुहाडा रिश्ता की है ਤੇ ਤੁਸੀਂ ਘਰ ਦੀ ਬਜਾਏ ਆਊਟ ਹਾਊਸ ਕਿਉਂ ਰਹਿੰਦੇ ਹੋ? इंस्पेक्टर साहब नयन इस घर दी नूंह है, यानी दिवांश दी पत्नी। पर पति पत्नी च लड़ाइयां तो चलदियां रहंदियां ने ना, इस करके नयन गुस्से च आउट हाउस च रह रही सी। ਕਿਤੇ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਦਿਵਾਂਸ਼ ਨਾਲ ਹੋਏ ਝਗੜੇ ਦਾ ਬਦਲਾ ਇਹਨੇ ਤੁਹਾਡੇ ਤੋਂ ਲੈਣਾ ਚਾਹਿਆ? ਇੰਸਪੈਕਟਰ ਸਾਹਿਬ ਇਹਦੀ ਨੀਤ ਦਾ ਕੀ ਪਤਾ, ਇਹ ਤਾਂ ਕੁਝ ਵੀ ਕਰ ਸਕਦੀ ਹੈ। ਤੁਸੀਂ ਆਪਣਾ ਟਾਈਮ ਵੇਸਟ ਨਾ ਕਰੋ, ਇਹਨੂੰ ਹੱਥਕੜੀ ਲਗਾਓ ਤੇ ਥਾਣੇ ਲੈ ਕੇ ਜਾਓ। ਇੰਸਪੈਕਟਰ ਸਾਹਿਬ ਤੁਸੀਂ ਤਾਂ ਸਮਝਦਾਰ ਹੋ, ਫਿਰ ਇਹਦੇ ਅੰਦਰਲਾ ਮੁਜਰਮ ਤੁਹਾਨੂੰ ਨਜ਼ਰ ਨਹੀਂ ਆ ਰਿਹਾ? ਲੈ ਜਾਓ ਇਹਨੂੰ। एक मिनट इंस्पेक्टर साहब, मैं तुहाडे सामने कुछ कबूल करना चाहनी हाँ। ਕਿੱਟੀ ਤੂੰ ਪਾਗਲ ਤਾਂ ਨਹੀਂ ਹੋਗੀ? ਜਾਣਦੇ ਇਹਨਾਂ ਨੂੰ सामने पुलिस खड़ी आ, अज तुसी मेरा मुंह बंद नहीं करा सकते। ਕਿੱਟੀ ਆਪਣੀਆਂ ਬੇਵਕੂਫੀਆਂ ਨਾ ਤੂੰ ਬਾਅਦ ਚ ਕਰ ਲਈ। इंस्पेक्टर साहब तुसी नयन नूं रहन दो, तुसी मैनू पुलिस स्टेशन ले जाओ। दरअसल वो दूध दे गिलास च जहर मैं ही पाया सी। इंस्पेक्टर साहब किट्टी झूठ बोल रही है, असल च दुध च जहर मैं मिलाया सी। इंस्पेक्टर साहब मैं इन्हां दोवां नूं बहुत चंगी तरह जानदी हां, इन्हां दोवां विचों किसी ने भी जहर नहीं मिलाया, ऐदां दे बारे सोच भी नहीं सकते। ਤੁਸੀਂ ਨਾ ਦੁਨੀਆ ਨੂੰ ਬੇਵਕੂਫ ਬਣਾ ਸਕਦੇ ਹੋ, ਇੰਸਪੈਕਟਰ ਸ਼ਮਸ਼ੇਰ ਸਿੰਘ ਨੂੰ ਨਹੀਂ। ਮੈਂ ਸਭ ਜਾਣਦਾ ਇਹ ਸਭ ਡਰਾਮਾ ਨਾ ਅਸਲੀ ਗੁਨਹਗਾਰ ਨੂੰ ਬਚਾਉਣ ਲਈ ਕੀਤਾ ਜਾ ਰਿਹਾ। ਫਿਲਹਾਲ ਤਾਂ ਮੈਂ ਰੀਟਾ ਜੀ ਦੇ ਫੋਨ ਕਰਨ ਤੇ ਆਇਆ ਸੀ, ਪਰ ਜਦੋਂ ਆਫੀਸ਼ੀਅਲ FIR ਕਰਾਈ ਜਾਏਗੀ ਨਾ ਤੁਹਾਡੇ ਪਰਿਵਾਰ ਵੱਲੋਂ, ਤੁਹਾਡੇ ਵਿੱਚੋਂ ਹੀ ਅਸਲੀ ਗੁਨਹਗਾਰ ਨੂੰ ਗਰਦਨ ਤੋਂ ਫੜ ਕੇ ਲੈ ਕੇ ਚੱਲਦਾ।
ਦਿਵਾਂਸ਼ ਪੁੱਤਰ, ਇਸ ਕੁੜੀ ਨੂੰ ਵੇਖ ਕੇ ਮੈਨੂੰ ਆਪਣੇ ਆਪ ਨਾਲ ਨਫ਼ਰਤ ਹੋ ਰਹੀ ਹੈ। ਅੱਜ ਇਸ ਕੁੜੀ ਕਰਕੇ ਮੇਰੇ ਆਪਣੇ ਰਿਸ਼ਤੇ ਮੇਰਾ ਸਾਥ ਦੇਣ ਦੀ ਬਜਾਏ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਆਪਣੇ ਡੈਡ ਵਾਲੀ ਵੇਖ ਲੈ, ਮੈਂ ਸਾਰੀ ਜ਼ਿੰਦਗੀ ਇਹਨਾਂ ਦੇ ਹਰ ਫੈਸਲੇ 'ਚ ਹਾਂਜੀ ਹਾਂਜੀ ਕਰਦੀ ਰਹੀ, ਤੇ ਅੱਜ ਜਦੋਂ ਮੇਰਾ ਸਾਥ ਦੇਣ ਦੀ ਵਾਰੀ ਆਈ ਤਾਂ ਇਹਨਾਂ ਨੇ ਪਿੱਠ ਵਿਖਾ ਦਿੱਤੀ। ਕਿਹੋ ਜੀ ਬਦਨਸੀਬ ਪਤਨੀ ਆ ਮੈਂ। ਅੱਜ ਇਸ ਨਯਨ ਦੀ ਵਜ੍ਹਾ ਤੋਂ ਮੇਰੀ ਮਾਂ ਨੂੰ ਤਕਲੀਫ ਹੋਈ ਹੈ। ਹੁਣ ਇਹਨੂੰ ਇਸ ਘਰ ਤੋਂ ਬਾਹਰ ਜਾਣਾ ਹੀ ਪਏਗਾ।